ਹਾਜ਼ਰ ਅੱਜ ਫਿਰ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ। ਸਾਡੇ ਘਰ ਦੇ ਹਾਲ 'ਚ ਅੱਜ ਵੀ ਬਹੁਤ ਸਾਰੀਆਂ ਔਰਤਾਂ ਮੌਜੂਦ ਸਨ, ਜਿਨ੍ਹਾਂ 'ਚ ਕੁਝ ਤਾਂ ਲੜਕੀਆਂ ਸਨ ਜੋ ਘੱਟ ਉਮਰ ਦੀਆਂ ਤੇ ਨੌਜਵਾਨ ਸਨ ਤੇ ਜ਼ਿਆਦਾਤਰ ਤਮਾਸ਼ਾ ਦੇਖਣ ਆਈਆਂ ਸਨ। ਅੱਜ ਮੰਗਲਵਾਰ ਸੀ ਤੇ ਵਿਆਹ ਵਾਲਾ ਕਮਰਾ ਖੁੱਲਾ ਹੋਇਆ ਸੀ। ਇਹ ਸਾਡੇ ਘਰ ਦਾ ਉਹ ਕਮਰਾ ਸੀ ਜਿਸ 'ਚ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ। ਜ਼ਿਆਦਾਤਰ ਇਹ ਕਮਰਾ ਖਾਲੀ ਹੀ ਰਹਿੰਦਾ ਤੇ ਮਾਂ ਉਸ ਨੂੰ ਇੱਕ ਦਿਨ ਹੀ ਖੋਲਦੀ ਸੀ ਤੇ ਉਹ ਦਰਵਾਜ਼ਾ ਖੁੱਲਦੇ ਹੀ ਥੋੜੀ ਦੇਰ ਬਾਅਦ ਬੰਦ ਕਰ ਦਿੰਦੀ ਸੀ। ਮੇਰੀ ਮਾਂ ਤੋਂ ਬਹੁਤ ਸਾਰੀਆਂ ਔਰਤਾਂ ਪੂਜਾ ਕਰਵਾਉਣ ਆਉਂਦੀਆਂ ਸਨ। ਸਾਡੇ ਪਿੰਡ ਦਾ ਮਾਹੌਲ ਬਹੁਤ ਹੀ ਅਜੀਬ ਜਿਹਾ ਸੀ। ਅਸੀਂ ਅਜਿਹੀ ਜਗ੍ਹਾ ਤੇ ਰਹਿ ਰਹੇ ਸੀ ਜਿੱਥੇ ਸਿਰਫ ਮਰਦਾਂ ਦੀ ਮਰਜ਼ੀ ਚੱਲਦੀ ਸੀ ਤੇ ਉਹ ਔਰਤਾਂ ਤੇ ਜ਼ੁਲਮ ਕਰਦੇ ਸਨ। ਇਸ ਲਈ ਸਾਡੇ ਪਿੰਡ ਦੀਆਂ ਔਰਤਾਂ ਮੇਰੀ ਮਾਂ ਤੋਂ ਪੂਜਾ ਤੇ ਹਵਨ ਕਰਵਾਉਣ ਆਉਂਦੀਆਂ ਤਾਂ ਕਿ ਉਹਨਾਂ ਦੇ ਪਤੀ ਸਿੱਧੇ ਰਸਤੇ ਤੇ ਚੱਲਣ ਲੱਗਣ। ਜਦੋਂ ਮੈਂ ਉਹਨਾਂ ਔਰਤਾਂ ਨੂੰ ਦੇਖਦੀ ਤਾਂ ਮੈਂ ਸੋਚਦੀ ਕਿ ਪਤਾ ਨਹੀਂ ਵਿਆਹ ਤੋਂ ਬਾਅਦ ਮੇਰੇ ਨਾਲ ਕਿਹੋ ਜਿਹਾ ਵਰਤਾਅ ਹੋਵੇਗਾ। ਹਾਲਾਂਕਿ ਮੈਂ ਇੱਕ ਬਹੁਤ ਹੀ ਸ਼ਰੀਫ ਤੇ ਨੇਕ ਔਰਤ ਦੀ ਬੇਟੀ ਸੀ, ਪਰ ਅਜੇ ਤੱਕ ਮੇਰੇ ਲਈ ਕੋਈ ਰਿਸ਼ਤਾ ਨਹੀਂ ਆਇਆ ਸੀ। ਸ਼ਾਇਦ ਇਸ ਕਰਕੇ ਕਿ ਮੇਰੀ ਉਮਰ ਵੀ ਹੁਣ 26 ਸਾਲ ਦੀ ਹੋ ਗਈ ਸੀ ਤੇ ਮੇਰਾ ਰੰਗ ਵੀ ਸਾਂਵਲਾ ਸੀ। ਕੋਈ ਵੀ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ ਹੁੰਦਾ ਤੇ ਜੇਕਰ ਕੋਈ ਵਿਆਹ ਦੀ ਹਾਮੀ ਭਰ ਵੀ ਦਿੰਦਾ ਤਾਂ ਮੇਰੀ ਮਾਂ ਉਸ ਨੂੰ ਨਾ ਕਰ ਦਿੰਦੀ। ਮੈਨੂੰ ਆਪਣੀ ਮਾਂ ਦੇ ਮਨਾ ਕਰਨ ਦਾ ਕਾਰਨ ਮੈਨੂੰ ਸਮਝ ਨਹੀਂ ਆਉਂਦਾ ਸੀ, ਜਦੋਂ ਕਿ ਮੇਰੀ ਮਾਂ ਨੇ ਪਿਛਲੇ ਹਫ਼ਤੇ ਹੀ ਸਾਰਿਆਂ ਨੂੰ ਇਹ ਦੱਸਿਆ ਸੀ ਕਿ ਵਿਆਹ ਵਾਲੇ ਕਮਰੇ 'ਚ ਜੋ ਵੀ ਲੜਕੀ ਜਾਵੇਗੀ ਉਸ ਦਾ ਵਿਆਹ ਜਲਦੀ ਹੋ ਜਾਵੇਗਾ ਤੇ ਮੇਰੀ ਮਾਂ ਦੇ ਕਹੇ ਅਨੁਸਾਰ ਅਜਿਹਾ ਹੀ ਹੋਇਆ। ਪਿਛਲੀ ਵਾਰ ਮੇਰੀ ਗੁਆਂਢਣ ਅਤੇ ਸਹੇਲੀ ਸੀਮਾ ਜਦੋਂ ਇਸ ਕਮਰੇ 'ਚ ਗਈਆਂ ਤਾਂ ਉਸ ਤੋਂ ਅਗਲੇ ਹੀ ਦਿਨ ਸੀਮਾ ਦਾ ਵਿਆਹ ਹੋ ਗਿਆ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਸੀਮਾ ਕਿੱਥੇ ਗਈ ਹੈ। ਸੀਮਾ ਬਾਰੇ ਸਾਰੀਆਂ ਕੁੜੀਆਂ ਇੱਕ ਦੂਜੇ ਤੋਂ ਪੁੱਛ ਪਰ ਉਸਨੇ ਕਿਸੇ ਨਾਲ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਉਸ ਦਾ ਵਿਆਹ ਕਿੱਥੇ ਹੋ ਰਿਹਾ ਹੈ। ਤੇ ਫਿਰ ਇੱਕ ਦਿਨ ਸਾਨੂੰ ਸਾਰੀਆਂ ਕੁੜੀਆਂ ਨੂੰ ਪਤਾ ਲੱਗਿਆ ਕਿ ਸੀਮਾ ਦਾ ਵਿਆਹ ਹੋ ਗਿਆ ਹੈ। ਸਾਰੀਆਂ ਕੁੜੀਆਂ ਪੁੱਛਦੀਆਂ ਰਹਿ ਗਈਆਂ ਕਿ ਸੀਮਾ ਦਾ ਵਿਆਹ ਕਿਸ ਨਾਲ ਹੋਇਆ ਹੈ, ਪਰ ਕਿਸੇ ਨੂੰ ਉਸਦੇ ਲਾੜੇ ਬਾਰੇ ਕੁਝ ਵੀ ਪਤਾ ਨਹੀਂ ਸੀ। ਸੀਮਾ ਅਗਲੇ ਹੀ ਦਿਨ ਪਿੰਡ ਤੋਂ ਦੂਰ ਚਲੀ ਗਈ ਤੇ ਅਸੀਂ ਸਾਰੀਆਂ ਉਸ ਨੂੰ ਦੇਖਦੀਆਂ ਰਹਿ ਗਈਆਂ। ਸੀਮਾ ਦੀ ਕਿਸਮਤ ਤੇ ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਸੜੀਆਂ ਸਨ, ਕਿਉਂਕਿ ਸਾਡੇ ਪਿੰਡ ਦਾ ਮਾਹੌਲ ਬਹੁਤ ਹੀ ਘੁਟਨ ਭਰਿਆ ਸੀ ਤੇ ਇੱਥੇ ਨਿਕਲਣਾ ਤਾਂ ਕਿਸੇ ਸਵਰਗ ਤੋਂ ਘੱਟ ਨਹੀਂ ਸੀ। ਸਾਡੇ ਇੱਥੇ ਮਰਦਾਂ ਦਾ ਰਾਜ ਚੱਲਦਾ ਸੀ, ਔਰਤਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਇਸੇ ਕਰਕੇ ਇੱਥੇ ਦੀ ਜ਼ਿੰਦਗੀ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਸੀ। ਖੈਰ, ਮੇਰੀ ਉਮਰ ਵੀ 26 ਸਾਲ ਦੀ ਹੋ ਚੁੱਕੀ ਸੀ ਤੇ ਅਜੇ ਤੱਕ ਮੇਰਾ ਰਿਸ਼ਤਾ ਨਹੀਂ ਹੋਇਆ ਸੀ। ਮੇਰੀ ਇੱਕ ਸਹੇਲੀ ਰੋਮਾ, ਜੋ ਮੇਰੀ ਬਹੁਤ ਚੰਗੀ ਸਹੇਲੀ ਸੀ ਤੇ ਮੈਨੂੰ ਚੰਗੀ ਤਰ੍ਹਾਂ ਜਾਣਦੀ ਸੀ, ਪਰ ਮੇਰਾ ਮਜ਼ਾਕ ਉਡਾਉਣ 'ਚ ਕੋਈ ਕਸਰ ਨਹੀਂ ਛੱਡਦੀ ਸੀ। ਇੱਕ ਦਿਨ ਸਾਰੀਆਂ ਸਹੇਲੀਆਂ ਸਾਹਮਣੇ ਹੱਸ ਕੇ ਬੋਲੀ ਕਿ ਮੇਰੀ ਮਾਂ ਨੇ ਤਾਂ ਵਿਆਹ ਵਾਲਾ ਕਮਰਾ ਖੋਲ ਰੱਖਿਆ ਹੈ, ਜਿੱਥੇ ਜਾਂਦੇ ਹੀ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ। ਤਾਂ ਫਿਰ ਉਹ ਤੈਨੂੰ ਕਿਉਂ ਇਸ ਵਿਆਹ ਵਾਲੇ ਕਮਰੇ 'ਚ ਨਹੀਂ ਭੇਜਦੀ ਤਾਂ ਕਿ ਕੋਈ ਤੇਰੇ ਨਾਲ ਵੀ ਵਿਆਹ ਕਰ ਲਵੇ ਤੇ ਤੂੰ ਵੀ ਇਸ ਪਿੰਡ ਤੋਂ ਦੂਰ ਚਲੀ ਜਾਵੇਂ। ਰੋਮਾ ਦੀ ਗੱਲ ਮੈਨੂੰ ਬਹੁਤ ਬੁਰੀ ਲੱਗੀ, ਪਰ ਮੈਂ ਵੀ ਇਹੀ ਗੱਲ ਸੋਚਦੀ ਸੀ, ਜੇਕਰ ਮਾਂ ਚਾਹੇ ਤਾਂ ਮੈਨੂੰ ਵੀ ਇਸ ਕਮਰੇ 'ਚ ਭੇਜ ਸਕਦੀ ਹੈ ਤਾਂ ਕਿ ਮੇਰਾ ਵੀ ਵਿਆਹ ਜਲਦੀ ਹੋ ਜਾਵੇ ਤੇ ਮੈਂ ਇਸ ਪਿੰਡ ਤੋਂ ਬਾਹਰ ਚਲੀ ਜਾਵਾਂ। ਪਰ ਜਦੋਂ ਮੈਂ ਆਪਣੀ ਮਾਂ ਨਾਲ ਇਸ ਸੰਬੰਧੀ ਗੱਲ ਕਰਦੀ ਤਾਂ ਉਹ ਭੜਕ ਉੱਠਦੀ। ਅਜਿਹਾ ਲੱਗਦਾ ਸੀ ਜਿਵੇਂ ਮੈਂ ਉਹਨਾਂ ਨਾਲ ਕੋਈ ਗਲਤ ਗੱਲ ਕਰ ਰਹੀ ਹਾਂ। ਮਾਂ, ਤੁਸੀਂ ਮੈਨੂੰ ਇਸ ਕਮਰੇ 'ਚ ਕਿਉਂ ਨਹੀਂ ਭੇਜਦੇ? ਸ਼ਾਇਦ ਮੇਰਾ ਵੀ ਵਿਆਹ ਹੋ ਜਾਵੇ ਤੇ ਮੈਂ ਇਸ ਪਿੰਡ ਦੀ ਘੁਟਨ ਭਰੀ ਜ਼ਿੰਦਗੀ ਤੋਂ ਦੂਰ ਚਲੀ ਜਾਵਾਂ। ਮੈਂ ਆਪਣੀ ਮਾਂ ਨੂੰ ਜਦੋਂ ਇਹ ਗੱਲ ਕਹੀ ਤਾਂ ਮਾਂ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਹਿਣ ਲੱਗੀ ਕਿ ਖਬਰਦਾਰ, ਜੇਕਰ ਅੱਜ ਤੋਂ ਬਾਅਦ ਤੂੰ ਇਹ ਗੱਲ ਆਖੀ, ਅੱਜ ਤੋਂ ਬਾਅਦ ਮੈਂ ਤੇਰੇ ਮੂੰਹੋਂ ਇਹ ਗੱਲ ਨਾ ਸੁਣਾ, ਨਹੀਂ ਤਾਂ ਮੇਥੋਂ ਬੁਰਾ ਕੋਈ ਨਹੀਂ ਹੋਵੇਗਾ। ਮਾਂ ਦੀ ਗੱਲ ਸੁਣ ਕੇ ਮੇਰਾ ਦਿਲ ਉਦਾਸ ਹੋ ਗਿਆ। ਮੇਰੀ ਮਾਂ ਨੂੰ ਪੂਰੇ ਪਿੰਡ ਦੀਆਂ ਕੁੜੀਆਂ ਦੇ ਵਿਆਹ ਦੀ ਚਿੰਤਾ ਸੀ, ਪਰ ਉਹਨਾਂ ਨੂੰ ਮੇਰੇ ਵਿਆਹ ਦੀ ਕੋਈ ਚਿੰਤਾ ਨਹੀਂ ਸੀ। ਮੈਂ ਆਪਣੀ ਮਾਂ ਨੂੰ ਕੁਝ ਨਾ ਕਿਹਾ ਤੇ ਚੁੱਪਚਾਪ ਰਹਿਣ ਲੱਗੀ, ਪਰ ਦਿਲ ਹੀ ਦਿਲ 'ਚ ਸੋਚ ਲਿਆ ਸੀ ਕਿ ਮੈਂ ਇਸ ਕਮਰੇ ਜ਼ਰੂਰ ਜਾਵਾਂਗੀ ਜਿੱਥੇ ਜਾਣ ਤੋਂ ਬਾਅਦ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ। ਅੱਜ ਵੀ ਮੰਗਲਵਾਰ ਸੀ ਤੇ ਮੇਰੇ ਘਰ 'ਚ ਬਹੁਤ ਰੌਲਾ ਪੈ ਰਿਹਾ ਸੀ। ਔਰਤਾਂ ਤੇ ਕੁੜੀਆਂ ਸਾਡੇ ਘਰ ਦੇ ਵੱਡੇ ਹਾਲ 'ਚ ਇਕੱਠੀਆਂ ਹੋਈਆਂ ਸਨ। ਮੇਰੇ ਦਾਦਾ ਇੱਕ ਕੋਨੇ 'ਚ ਬੈਠਾ ਹੋਇਆ ਸੀ। ਉਹਨਾਂ ਦੀਆਂ ਅੱਖਾਂ ਖੂਨ ਵਾਂਗ ਲਾਲ ਹੋ ਰਹੀਆਂ ਸਨ ਤੇ ਮੇਰੀ ਮਾਂ ਔਰਤਾਂ ਦੀਆਂ ਗੱਲਾਂ ਸੁਣ ਰਹੀ ਸੀ। ਥੋੜੀ ਦੇਰ ਬਾਅਦ ਮੇਰਾ ਦਾਦਾ ਉੱਠ ਕੇ ਉੱਥੋਂ ਚਲਾ ਗਿਆ। ਮਾਂ ਨੇ ਇਸ਼ਾਰੇ ਨਾਲ ਨੌਕਰਾਨੀ ਨੂੰ ਆਪਣੇ ਕੋਲ ਬੁਲਾਇਆ ਤੇ ਉਸਨੂੰ ਇਸ਼ਾਰਾ ਕੀਤਾ ਤੇ ਉਸਨੂੰ ਦੱਸਿਆ ਕਿ ਫਲਾਂ ਲੜਕੀ ਨੂੰ ਵਿਆਹ ਵਾਲੇ ਕਮਰੇ 'ਚ ਲੈ ਜਾ।
ਮਾਂ ਦੇ ਕਹਿੰਦੇ ਹੀ ਉਹ ਨੌਕਰਾਨੀ ਉਸ ਲੜਕੀ ਨੂੰ ਤੇ ਉਸ ਦੀ ਮਾਂ ਨੂੰ ਵਿਆਹ ਵਾਲੇ ਕਮਰੇ 'ਚ ਲੈ ਗਈ। ਜਦੋਂ ਦੋਵੇਂ ਵਿਆਹ ਵਾਲੇ ਕਮਰੇ 'ਚੋਂ ਬਾਹਰ ਆਈਆਂ ਤਾਂ ਉਹਨਾਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਖੁਸ਼ੀ ਸੀ ਤੇ ਉਸ ਲੜਕੀ ਦਾ ਚਿਹਰਾ ਸ਼ਰਮ ਨਾਲ ਗੁਲਾਬੀ ਹੋ ਰਿਹਾ ਸੀ। ਉਹ ਲੜਕੀ ਬਹੁਤ ਜ਼ਿਆਦਾ ਸੋਹਣੀ ਸੀ। ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਮੇਰੀ ਮਾਂ ਨੇ ਮਨਾ ਕਰ ਦਿੱਤਾ ਹੋਵੇਗਾ ਕਿ ਤੂੰ ਉਸ ਕਮਰੇ 'ਚੋਂ ਬਾਹਰ ਆਉਣ ਤੋਂ ਬਾਅਦ ਕਿਸੇ ਨਾਲ ਗੱਲ ਨਾ ਕਰੀਂ, ਜਾਂ ਫਿਰ ਉਸਨੇ ਖੁਦ ਹੀ ਸਾਡੇ ਨਾਲ ਗੱਲ ਨਹੀਂ ਕੀਤੀ। ਖੈਰ, ਉਹ ਸਾਰੀਆਂ ਔਰਤਾਂ ਵਿਚਕਾਰੋਂ ਨਿਕਲ ਕੇ ਸਾਡੇ ਘਰੋਂ ਚਲੀ ਗਈ ਤੇ ਫਿਰ ਉਹੀ ਹੋਇਆ ਜੋ ਮਾਂ ਨੇ ਕਿਹਾ ਸੀ। ਅਗਲੇ 2 ਦਿਨਾਂ ਬਾਅਦ ਉਸਦਾ ਵਿਆਹ ਹੋ ਗਿਆ, ਪਰ ਇਸ ਵਾਰ ਵੀ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਵਿਆਹ ਦਾ ਪੂਰੇ ਪਿੰਡ 'ਚ ਕਿਸੇ ਨੂੰ ਪਤਾ ਨਹੀਂ ਲੱਗਿਆ। ਸੀਮਾ ਤੋਂ ਬਾਅਦ ਇਹ ਦੂਜੀ ਲੜਕੀ ਸੀ ਜਿਸ ਦਾ ਵਿਆਹ ਹੋਣ ਤੋਂ ਬਾਅਦ ਉਸਦੇ ਲਾੜੇ ਨੂੰ ਨਾ ਕਿਸੇ ਨੇ ਦੇਖਿਆ ਸੀ, ਨਾ ਕਿਸੇ ਨੇ ਕੁਝ ਸੁਣਿਆ ਸੀ। ਇਹ ਲੜਕੀ ਜਿਸ ਦਾ ਨਾਮ ਆਰਤੀ ਸੀ, ਵਿਆਹ ਤੋਂ ਬਾਅਦ ਪਿੰਡ ਤੋਂ ਦੂਰ ਚਲੀ ਗਈ ਤੇ ਅਸੀਂ ਸਾਰੇ ਫਿਰ ਤੋਂ ਦੇਖਦੇ ਹੀ ਰਹਿ ਗਏ। ਹੁਣ ਤਾਂ ਪੂਰੇ ਪਿੰਡ 'ਚ ਇਹ ਗੱਲ ਮਸ਼ਹੂਰ ਹੋ ਚੁੱਕੀ ਸੀ ਕਿ ਹੇਮਾ ਦੇ ਘਰ 'ਚ ਜੋ ਕਮਰਾ ਹੈ ਉੱਥੇ ਜਾਂਦੇ ਹੀ ਦੂਜੇ ਦਿਨ ਲੜਕੀਆਂ ਦਾ ਵਿਆਹ ਹੋ ਜਾਂਦਾ ਹੈ। ਫਿਰ ਦੂਰ ਦੂਰ ਤੋਂ ਲੜਕੀਆਂ ਮੇਰੀ ਮਾਂ ਕੋਲ ਆਉਣ ਲੱਗੀਆਂ, ਪਰ ਮਾਂ ਹਰ ਕਿਸੇ ਲੜਕੀ ਨੂੰ ਉਸ ਕਮਰੇ 'ਚ ਨਹੀਂ ਭੇਜਦੀ ਸੀ। ਸਿਰਫ ਉਸ ਲੜਕੀ ਨੂੰ ਚੁਣ ਕੇ ਭੇਜਦੀ ਸੀ ਜਿਸ ਨਾਲ ਉਹ ਇਕੱਲੀ ਗੱਲਬਾਤ ਕਰਦੀ। ਪਤਾ ਨਹੀਂ ਉਹ ਅਜਿਹੀ ਕਿਹੜੀ ਰਾਜ਼ ਦੀ ਗੱਲ ਸੀ ਜੋ ਮਾਂ ਉਸ ਲੜਕੀ ਨਾਲ ਕਰਦੀ ਸੀ ਤਾਂ ਕਿਤੇ ਜਾ ਕੇ ਉਹ ਉਸ ਲੜਕੀ ਨੂੰ ਕਮਰੇ 'ਚ ਭੇਜਦੀ ਤੇ ਕੁਝ ਦਿਨਾਂ ਬਾਅਦ ਹੀ ਉਸਦਾ ਵਿਆਹ ਹੋ ਜਾਂਦਾ ਸੀ। ਮੈਂ ਵੀ ਹੁਣ ਇਰਾਦਾ ਕਰ ਲਿਆ ਸੀ ਕਿ ਮੈਂ ਆਪਣੀ ਸਹੇਲੀ ਦੀ ਗੱਲ ਦਾ ਜਵਾਬ ਦੇ ਕੇ ਰਹਾਂਗੀ ਤੇ ਉਸ ਕਮਰੇ ਜਾ ਕੇ ਆਪਣੇ ਵਿਆਹ ਦਾ ਸੁਪਨਾ ਪੂਰਾ ਕਰਾਂਗੀ। ਪਰ ਅਜਿਹਾ ਕਰਨ ਲਈ ਮੈਨੂੰ ਮੇਰੀ ਮਾਂ ਨੂੰ ਧੋਖਾ ਦੇਣਾ ਪੈਂਦਾ, ਉਸ ਨੂੰ ਰਸਤੇ 'ਚੋਂ ਹਟਾਉਣਾ ਸੀ ਕਿਉਂਕਿ ਮਾਂ ਨੇ ਮੈਨੂੰ ਸਖਤੀ ਨਾਲ ਇਸ ਕਮਰੇ ਜਾਣ ਤੋਂ ਮਨਾ ਕਰ ਰੱਖਿਆ ਸੀ ਕਿ ਕੁਝ ਵੀ ਹੋ ਜਾਵੇ ਤੂੰ ਉਸ ਕਮਰੇ ਤੱਕ ਨਹੀਂ ਜਾਣਾ। ਮੈਂ ਵੀ ਮਾਂ ਦੀ ਹਾਂ 'ਚ ਹਾਂ ਮਿਲਾ ਦਿੱਤੀ ਤੇ ਉਹਨਾਂ ਨੂੰ ਇਹ ਮਹਿਸੂਸ ਕਰਵਾਇਆ ਕਿ ਮੈਂ ਇਸ ਕਮਰੇ 'ਚ ਹੁਣ ਨਹੀਂ ਜਾਣਾ ਚਾਹੁੰਦੀ। ਪਰ ਅਸਲ ਗੱਲ ਇਹ ਸੀ ਕਿ ਮਾਂ ਹਰ ਸਮੇਂ ਉਸ ਕਮਰੇ ਦੇ ਅੱਗੇ ਬੈਠੀ ਰਹਿੰਦੀ ਸੀ ਤੇ ਔਰਤਾਂ ਲਈ ਪੂਜਾ ਪਾਠ ਕਰਦੀ ਰਹਿੰਦੀ। ਇਸੇ ਕਰਕੇ ਮੈਂ ਉਹਨਾਂ ਦੀਆਂ ਨਜ਼ਰਾਂ ਤੋਂ ਲੁਕ ਨਹੀਂ ਸਕਦੀ ਸੀ ਤੇ ਫਿਰ ਉਹ ਨੌਕਰਾਨੀ ਮੇਰੀ ਮਾਂ ਦੀ ਬਹੁਤ ਖਾਸ ਸੀ। ਉਹਨਾਂ ਦੀ ਹਰ ਗੱਲ ਮੰਨਦੀ ਸੀ ਤੇ ਉਹਨਾਂ ਨੂੰ ਹਰ ਗੱਲ ਦੱਸਦੀ ਸੀ। ਮੇਰੀ ਕੋਈ ਵੀ ਗੱਲ ਨਹੀਂ ਸੁਣਦੀ ਸੀ। ਮੈਂ ਇਹਨਾਂ ਦੋਵਾਂ ਦੀ ਨਜ਼ਰ ਤੋਂ ਲੁਕ ਕੇ ਉਸ ਕਮਰੇ ਜਾਣਾ ਸੀ, ਪਰ ਇਹ ਗੱਲ ਮੈਂ ਸਪਨਾ ਤੋਂ ਨਹੀਂ ਲੁਕਾ ਸਕੀ। ਸਪਨਾ ਮੇਰੀ ਭੂਆ ਦੀ ਬੇਟੀ ਸੀ ਤੇ ਮੈਂ ਉਸ ਨਾਲ ਖੇਡਦੀ ਵੱਡੀ ਹੋਈ ਸੀ। ਮੈਂ ਉਸ ਨੂੰ ਕਮਰੇ ਜਾਣ ਵਾਲੀ ਗੱਲ ਦੱਸੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਬਹੁਤ ਪਾਗਲ ਹੈ। ਜੇਕਰ ਤੈਨੂੰ ਇਸ ਗੱਲ ਤੇ ਵਿਸ਼ਵਾਸ ਹੈ ਕਿ ਕਮਰੇ ਜਾਣ ਨਾਲ ਤੇਰਾ ਵਿਆਹ ਹੋ ਸਕਦਾ ਹੈ ਤਾਂ ਤੈਨੂੰ ਕਿਸੇ ਹੋਰ ਦਿਨ ਇਸ ਕਮਰੇ ਜਾਣਾ ਚਾਹੀਦਾ ਹੈ। ਤੂੰ ਕਿਹੜਾ ਇਸ ਘਰ 'ਚ ਪਰਾਈ ਹੈ? ਹਰ ਸਮੇਂ ਤਾਂ ਅਸੀਂ ਇੱਥੇ ਰਹਿੰਦੇ ਹਾਂ। ਉਸ ਦਿਨ ਇਸ ਕਮਰੇ 'ਚ ਨਾ ਜਾਈਂ ਜਦੋਂ ਇਹ ਕਮਰਾ ਖੋਲ੍ਹਿਆ ਜਾਂਦਾ ਹੈ, ਸਗੋਂ ਅਸੀਂ ਕਿਸੇ ਹੋਰ ਦਿਨ ਇਸ ਕਮਰੇ ਜਾਵਾਂਗੇ ਤਾਂ ਕਿ ਸਾਨੂੰ ਸਾਰੀ ਸੱਚਾਈ ਪਤਾ ਲੱਗ ਸਕੇ। ਸਪਨਾ ਬਿਲਕੁਲ ਸਹੀ ਕਹਿ ਰਹੀ ਸੀ। ਜਦੋਂ ਮਾਂ ਦੇ ਆਸ-ਪਾਸ ਔਰਤਾਂ ਹੀ ਔਰਤਾਂ ਹੁੰਦੀਆਂ ਸਨ ਤਾਂ ਮੈਨੂੰ ਇਸ ਕਮਰੇ 'ਚ ਨਹੀਂ ਜਾਣਾ ਚਾਹੀਦਾ ਸੀ। ਫਿਰ ਅਸੀਂ ਮੰਗਲਵਾਰ ਦੀ ਥਾਂ ਬੁੱਧਵਾਰ ਦੇ ਦਿਨ ਇਸ ਕਮਰੇ ਜਾਣ ਦਾ ਸੋਚਿਆ। ਉਸ ਦਿਨ ਮੈਂ ਤੇ ਸਪਨਾ ਨੇ ਬਹੁਤ ਹੀ ਮੁਸ਼ਕਿਲ ਨਾਲ ਇਸ ਕਮਰੇ ਦੀ ਚਾਬੀ ਚੋਰੀ ਕੀਤੀਆਂ। ਇਸ ਕਮਰੇ ਤੇ ਇੱਕ ਵੱਡਾ ਸਾਰਾ ਤਾਲਾ ਲੱਗਿਆ ਹੁੰਦਾ ਸੀ। ਬਹੁਤ ਮੁਸ਼ਕਿਲ ਨਾਲ ਚਾਬੀਆਂ ਲੱਭਣ ਤੋਂ ਬਾਅਦ ਜਦੋਂ ਅਸੀਂ ਇਸ ਕਮਰੇ ਤੱਕ ਪਹੁੰਚੇ ਤਾਂ ਸਾਡਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਸਾਨੂੰ ਕੁਝ ਨਹੀਂ ਪਤਾ ਸੀ ਕਿ ਇਸ ਕਮਰੇ 'ਚ ਕੀ ਹੋਵੇਗਾ ਤੇ ਡਰ ਵੀ ਲੱਗ ਰਿਹਾ ਸੀ ਕਿ ਜੇਕਰ ਕਮਰੇ ਦੇ ਅੰਦਰ ਕੋਈ ਹੋਇਆ ਤਾਂ ਅਸੀਂ ਕੀ ਕਰਾਂਗੇ। ਮੈਂ ਕਮਰੇ ਦਾ ਦਰਵਾਜ਼ਾ ਆਰਾਮ ਨਾਲ ਖੋਲ੍ਹਿਆ। ਇਹ ਜਾਣ ਕੇ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਕਿ ਇਸ ਕਮਰੇ 'ਚ ਇੱਕ ਮੋਟੀ ਜਿਹੀ ਦੀਵਾਰ ਸੀ। ਇਸ ਦੇ ਦੂਜੇ ਪਾਸੇ ਮੈਨੂੰ ਕਿਸੇ ਦੇ ਹੋਣ ਦਾ ਅਹਿਸਾਸ ਹੋ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਦੀਵਾਰ ਦੇ ਦੂਜੇ ਪਾਸੇ ਜਾ ਕੇ ਕੁਝ ਦੇਖਦੀ, ਮੇਰੀ ਮਾਂ ਨੂੰ ਮੇਰੇ ਕਮਰੇ 'ਚ ਆਉਣ ਦੀ ਖਬਰ ਹੋ ਗਈ ਤੇ ਉਹ ਭੱਜ ਕੇ ਕਮਰੇ ਤੱਕ ਆ ਗਈ ਤੇ ਮੇਰੇ ਤੇ ਬਹੁਤ ਜ਼ਿਆਦਾ ਗੁੱਸਾ ਕਰਨ ਲੱਗੀ। ਕਹਿਣ ਲੱਗੀ ਕਿ ਤੂੰ ਇੱਥੇ ਕੀ ਕਰ ਰਹੀ ਹੈ? ਭਗਵਾਨ ਤੈਨੂੰ ਮਾਫ ਕਰੇ, ਜਦੋਂ ਤੈਨੂੰ ਮੈਂ ਮਨਾ ਕੀਤਾ ਸੀ ਕਿ ਇਸ ਕਮਰੇ 'ਚ ਨਹੀਂ ਆਉਣਾ ਤਾਂ ਕੀ ਕਰਨ ਆਈ ਹੈ ਇੱਥੇ? ਬਾਹਰ ਨਿਕਲ ਇੱਥੋਂ। ਆਪਣੀ ਮਾਂ ਨੂੰ ਇਸ ਹਾਲਤ 'ਚ ਚੀਕਦਾ ਦੇਖ ਮੇਰੀ ਤੇ ਸਪਨਾ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਅਸੀਂ ਸੋਚਿਆ ਵੀ ਨਹੀਂ ਸੀ ਕਿ ਮਾਂ ਨੂੰ ਇੰਨੀ ਛੇਤੀ ਇਸ ਕਾਰਨਾਮੇ ਦਾ ਪਤਾ ਲੱਗ ਜਾਵੇਗਾ। ਆਪਣੀ ਮਾਂ ਦੇ ਹੱਥੋਂ ਬੁਰੇ ਤਰੀਕੇ ਨਾਲ ਕੁੱਟ ਖਾਣ ਤੋਂ ਬਾਅਦ ਅਸੀਂ ਇਸ ਕਮਰੇ 'ਚੋਂ ਬਾਹਰ ਆਈਆਂ।
ਪਰ ਅਸੀਂ ਹਿੰਮਤ ਨਹੀਂ ਹਾਰੀ। ਸਪਨਾ ਕਹਿਣ ਲੱਗੀ ਕਿ ਤੂੰ ਫਿਕਰ ਨਾ ਕਰ, ਮੈਂ ਇਸ ਗੱਲ ਦਾ ਕੋਈ ਹੋਰ ਹੱਲ ਕੱਢਦੀ ਹਾਂ। ਹੁਣ ਅਸੀਂ ਮੰਗਲਵਾਰ ਨੂੰ ਹੀ ਵਿਆਹ ਵਾਲੇ ਕਮਰੇ ਜਾਵਾਂਗੇ ਤਾਂ ਕਿ ਸਾਨੂੰ ਇਸ ਗੱਲ ਦਾ ਪਤਾ ਲੱਗੇ ਜੋ ਸਾਡੇ ਤੋਂ ਲੁਕਾਈ ਜਾ ਰਹੀ ਹੈ। ਉਸ ਦੀ ਗੱਲ ਮੈਨੂੰ ਠੀਕ ਲੱਗੀ। ਮੈਂ ਵੀ ਵਿਆਹ ਵਾਲੇ ਕਮਰੇ ਜਾਣ ਦਾ ਫੈਸਲਾ ਮੰਗਲਵਾਰ ਨੂੰ ਕਰ ਲਿਆ ਸੀ। ਮਾਂ ਵੀ 3 ਦਿਨ 'ਚ ਇਹ ਗੱਲ ਭੁੱਲ ਗਈ ਤੇ ਮੈਨੂੰ ਸਖਤੀ ਨਾਲ ਮਨਾ ਕੀਤਾ ਕਿ ਮੈਂ ਦੁਬਾਰਾ ਇਸ ਕਮਰੇ ਤੱਕ ਨਾ ਜਾਵਾਂ। ਮੰਗਲਵਾਰ ਨੂੰ ਸਪਨਾ ਮੈਨੂੰ ਕਹਿਣ ਲੱਗੀ ਕਿ ਉਹ ਮੇਰਾ ਸਾਥ ਜ਼ਰੂਰ ਦੇਵੇਗੀ। ਉਸਨੇ 2-3 ਔਰਤਾਂ ਨੂੰ ਇਸ਼ਾਰਾ ਕੀਤਾ ਤਾਂ ਪਤਾ ਨਹੀਂ ਕੀ ਭਾਜੜ ਮੱਚੀ। ਸਪਨਾ ਨੇ ਉਹਨਾਂ ਨੂੰ ਦੇਖਣ ਲਈ ਬੁਲਾ ਲਿਆ ਕਿ ਉਹ ਔਰਤਾਂ ਇੱਕਦਮ ਬੇਚੈਨ ਹੋ ਕੇ ਦਰਵਾਜ਼ੇ ਦੇ ਅੱਗੋਂ ਹਟ ਗਈਆਂ ਤੇ ਉਹਨਾਂ ਔਰਤਾਂ 'ਚ ਮੇਰੀ ਮਾਂ ਦੀ ਨੌਕਰਾਨੀ ਵੀ ਸੀ ਜੋ ਹਰ ਸਮੇਂ ਇਸ ਕਮਰੇ ਦੇ ਬਾਹਰ ਖੜੀ ਹੋ ਕੇ ਪਹਿਰਾ ਦਿੰਦੀ ਸੀ। ਸਪਨਾ ਨੇ ਆਪਣੀ ਚਾਲਾਕੀ ਦਿਖਾ ਕੇ ਉਸ ਨੂੰ ਉੱਥੋਂ ਹਟਾ ਦਿੱਤਾ। ਉਸੇ ਸਮੇਂ ਮੇਰੀ ਮਾਂ ਦੀ ਚੁਣੀ ਹੋਈ ਇੱਕ ਲੜਕੀ ਅਤੇ ਉਸ ਦੀ ਮਾਂ ਵਿਆਹ ਵਾਲੇ ਕਮਰੇ 'ਚੋਂ ਬਾਹਰ ਆ ਗਈਆਂ। ਮੈਂ ਉਸੇ ਸਮੇਂ ਮੌਕਾ ਮਿਲਦਿਆਂ ਹੀ ਉਸ ਕਮਰੇ ਦੇ ਅੰਦਰ ਚਲੀ ਗਈ। ਜਦੋਂ ਮੈਂ ਕਮਰੇ 'ਚ ਗਈ ਤਾਂ ਇਸ ਦੀਵਾਰ ਨੂੰ ਹਟਾਉਣਾ ਸੌਖਾ ਸੀ ਕਿਉਂਕਿ ਇਹ ਲੱਕੜ ਦੇ ਦਰਵਾਜ਼ਿਆਂ ਦੀ ਬਣੀ ਹੋਈ ਸੀ। ਜਿਵੇਂ ਹੀ ਮੈਂ ਇੱਕ ਦਰਵਾਜ਼ਾ ਪਲਟ ਕੇ ਅੱਗੇ ਵੱਲ ਕੀਤਾ ਤੇ ਸ਼ੀਸ਼ੇ ਵੱਲ ਦੇਖਿਆ ਤਾਂ ਮੇਰੀ ਚੀਕ ਨਿਕਲਦੇ ਰਹਿ ਗਈ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਸ ਕਮਰੇ 'ਚ ਇਹ ਦ੍ਰਿਸ਼ ਦੇਖਣ ਨੂੰ ਮਿਲੇਗਾ। ਮੈਨੂੰ ਦੂਜੇ ਪਾਸਿਓਂ ਵੀ ਹੈਰਾਨੀ ਦਾ ਸਾਹਮਣਾ ਕਰਨਾ ਪਿਆ। ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਐਨੇ 'ਚ ਦਾਦੇ ਨੂੰ ਪਤਾ ਲੱਗ ਗਿਆ ਕਿ ਮੈਂ ਇਸ ਕਮਰੇ 'ਚ ਆ ਗਈ ਹਾਂ ਤਾਂ ਉਹਨਾਂ ਨੇ ਮੈਨੂੰ ਘਸੀਟ ਕੇ ਬਾਹਰ ਕੱਢਿਆ। ਪਰ ਹੁਣ ਉਹਨਾਂ ਦੀਆਂ ਅੱਖਾਂ 'ਚ ਉਹ ਚਮਕ ਤੇ ਉਹ ਗੁੱਸਾ ਨਹੀਂ ਸੀ ਜੋ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਦਿਖਾਇਆ ਜਾਂਦਾ ਸੀ। ਮੇਰੀ ਮਾਂ ਦੀ ਨਜ਼ਰ ਵੀ ਝੁਕੀ ਹੋਈ ਸੀ। ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਕਮਰੇ ਤੱਕ ਪਹੁੰਚ ਚੁੱਕੀ ਹਾਂ ਤੇ ਸਾਰੀ ਸੱਚਾਈ ਜਾਣ ਚੁੱਕੀ ਹਾਂ। ਮਾਂ ਨੇ ਤਾਂ ਜਿਵੇਂ ਅੱਖਾਂ ਬੰਦ ਕਰ ਲਈਆਂ ਸਨ, ਪਰ ਮੇਰੇ ਸਿਰ ਤੇ ਜਨੂਨ ਸਵਾਰ ਸੀ ਜਿਸ ਗੱਲ ਲਈ ਇੰਨਾ ਪਰੇਸ਼ਾਨ ਹੋਈ। ਮਾਂ ਨੇ ਮੈਨੂੰ ਇਸ ਬਾਰੇ ਇੱਕ ਲਫ਼ਜ਼ ਦੀ ਵੀ ਭਣਕ ਤੱਕ ਨਹੀਂ ਹੋਣ ਦਿੱਤੀ। ਮੈਂ ਆਪਣਾ ਸਿਰ ਕੁੱਟਣ ਲੱਗੀ ਤੇ ਆਪਣੀ ਮਾਂ ਤੋਂ ਪੁੱਛਣ ਲੱਗੀ ਕਿ ਦੱਸੋ ਤਾਂ ਸਹੀ, ਤੁਸੀਂ ਅਜਿਹਾ ਕਿਉਂ ਕੀਤਾ? ਪਰ ਮਾਂ ਤਾਂ ਚੁੱਪ ਸੀ। ਕੁਝ ਦਿਨ ਮੇਰੇ ਨਾਲ ਨਾਰਾਜ਼ ਰਹੀ, ਮੇਰੇ ਨਾਲ ਗੱਲ ਤੱਕ ਨਹੀਂ ਕੀਤੀ। ਪਰ ਉਹਨਾਂ ਨੂੰ ਵੀ ਪਤਾ ਸੀ ਕਿ ਉਹਨਾਂ ਦੀ ਗਲਤੀ ਹੈ। ਉਹਨਾਂ ਨੂੰ ਹੀ ਮੁਆਫੀ ਮੰਗਣੀ ਪਈ ਤੇ ਮੈਨੂੰ ਸਾਰੀ ਗੱਲ ਵੀ ਦੱਸਣੀ ਪਈ, ਜਿਸ ਤੋਂ ਬਾਅਦ ਮੈਨੂੰ ਆਪਣੇ ਦਾਦੇ ਨਾਲ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਤੇ ਮੈਂ ਜੋ ਆਪਣੇ ਦਾਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਹਨਾਂ ਨੂੰ ਦੁਨੀਆ 'ਚ ਇੱਕ ਇਨਸਾਨ ਨਹੀਂ ਸਗੋਂ ਫਰਿਸ਼ਤਾ ਸਮਝਦੀ ਸੀ, ਹੁਣ ਉਹ ਮੈਨੂੰ ਇੱਕ ਜਾਨਵਰ ਲੱਗਣ ਲੱਗੇ ਸਨ। ਮੇਰੀ ਮਾਂ ਦੀ ਕਹਾਣੀ ਹੀ ਕੁਝ ਅਜਿਹੀ ਸੀ। ਮੇਰੀ ਮਾਂ ਕਹਿਣ ਲੱਗੀ ਕਿ ਮੈਂ ਜਾਣਦੀ ਹਾਂ ਕਿ ਤੂੰ ਮੈਨੂੰ ਹੀ ਗਲਤ ਸਮਝਦੀ ਹੈ, ਪਰ ਜਦੋਂ ਮੈਂ ਇੱਥੇ ਵਿਆਹ ਕੇ ਆਈ ਸੀ ਤਾਂ ਮੇਰੇ ਦਿਲ 'ਚ ਕਦੇ ਵੀ ਇਹ ਖਿਆਲ ਵੀ ਨਹੀਂ ਆਇਆ ਸੀ ਕਿ ਮੈਨੂੰ ਐਸਾ ਕਦਮ ਉਠਾਉਣਾ ਪਵੇਗਾ। ਮੈਂ ਇੱਕ ਅਜਿਹੇ ਘਰਾਣੇ 'ਚੋਂ ਸੀ ਜਿੱਥੇ ਲੜਕੀਆਂ ਨੂੰ ਕਮਾਈ ਦਾ ਜ਼ਰੀਆ ਸਮਝਿਆ ਜਾਂਦਾ ਸੀ, ਮਰਦਾਂ ਦੇ ਸਾਹਮਣੇ ਨੱਚਣ ਗਾਉਣ ਲਈ ਕਿਹਾ ਜਾਂਦਾ ਸੀ ਤੇ ਜਦੋਂ ਉਹ ਆਪਣੀ ਜ਼ਿੰਦਗੀ 'ਚ ਸਾਰੀਆਂ ਹੱਦਾਂ ਪਾਰ ਕਰਨ ਤੋਂ ਬਾਅਦ ਆਪਣੇ ਪਿਤਾ ਭਰਾਵਾਂ ਲਈ ਬਹੁਤ ਜ਼ਿਆਦਾ ਦੌਲਤ ਕਮਾ ਲੈਂਦੀ ਤਾਂ ਉਹਨਾਂ ਦਾ ਅਜਿਹੇ ਆਦਮੀ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਜੋ ਖੁਦ ਵੀ ਆਵਾਰਾ ਹੁੰਦਾ ਤੇ ਕਦੇ ਵੀ ਆਪਣੀ ਪਤਨੀ ਦੀ ਇੱਜ਼ਤ ਨਾ ਕਰਦਾ, ਨਾ ਹੀ ਉਸਨੂੰ ਆਪਣੀ ਪਤਨੀ ਦਾ ਦਰਜਾ ਦਿੰਦਾ। ਪਰ ਕਹਿੰਦੇ ਹਨ ਕਿ ਭਗਵਾਨ ਚੰਗਿਆਂ ਨਾਲ ਚੰਗਾ ਹੀ ਕਰਦਾ ਹੈ ਤੇ ਉਸਨੂੰ ਕਦੇ ਜਲੀਲ ਹੋਣ ਨਹੀਂ ਦਿੰਦਾ, ਸਗੋਂ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਇੱਜ਼ਤ ਦਿੰਦਾ ਹੈ, ਉਹਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਆਸਾਨ ਕਰ ਦਿੰਦਾ ਹੈ। ਮੈਂ ਵੀ ਦਿਲ ਹੀ ਦਿਲ 'ਚ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਸੀ ਕਿ ਮੈਨੂੰ ਸਾਰੀਆਂ ਮੁਸ਼ਕਿਲਾਂ ਤੋਂ ਬਚਾਵੀਂ ਤੇ ਮੈਨੂੰ ਇਸ ਬੇਇੱਜ਼ਤੀ ਦੀ ਜ਼ਿੰਦਗੀ ਤੋਂ ਛੁਟਕਾਰਾ ਦਿਵਾ ਦੇਵੀਂ। ਜਦੋਂ ਜਵਾਨ ਹੋ ਗਈ ਤਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਉਹਨਾਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨਾਲ ਕੋਈ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਦੇਖਦਾ ਹੈ। ਮੈਂ ਜਾਣਦੀ ਸੀ ਕਿ ਹੁਣ ਮੈਨੂੰ ਵੀ ਇਸ ਘਟੀਆ ਕੰਮ 'ਚ ਉਤਾਰ ਦਿੱਤਾ ਜਾਵੇਗਾ, ਪਰ ਮੈਂ ਇਸ ਸਭ ਲਈ ਪਹਿਲਾਂ ਤੋਂ ਹੀ ਤਿਆਰ ਸੀ ਕਿਉਂਕਿ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਤੇ ਫਿਰ ਉਹ ਸਮਾਂ ਵੀ ਆ ਗਿਆ ਜਦੋਂ ਮੇਰੀ ਉਮਰ 18 ਸਾਲ ਦੀ ਹੋ ਗਈ ਤੇ ਮੇਰੀ ਬੋਲੀ ਲਗਾਈ ਗਈ। ਮੈਂ ਉਹਨਾਂ ਅਵਾਰਾ ਤੇ ਨਸ਼ੇੜੀ ਆਦਮੀਆਂ ਦੀ ਭੀੜ 'ਚ ਬੈਠੀ ਖੁਦ ਨੂੰ ਕੋਸ ਰਹੀ ਸੀ, ਪਰ ਫਿਰ ਮੇਰੀ ਤਾਂ ਜਿਵੇਂ ਉਸ ਪਲ 'ਚ ਕਿਸਮਤ ਹੀ ਪਲਟ ਗਈ ਸੀ। ਮੈਨੂੰ ਪਤਾ ਲੱਗਿਆ ਕਿ ਮੇਰੀ ਬੋਲੀ ਲਗਾਉਣ ਵਾਲਾ ਕੋਈ ਆਮ ਆਦਮੀ ਨਹੀਂ ਸੀ, ਸਗੋਂ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ, ਮੈਨੂੰ ਅਪਣਾਉਣਾ ਚਾਹੁੰਦਾ ਹੈ। ਤੇ ਤੂੰ ਜਾਣਦੀ ਹੈ ਸਭ ਤੋਂ ਚੰਗੀ ਗੱਲ ਕੀ ਸੀ? ਸਭ ਤੋਂ ਚੰਗੀ ਗੱਲ ਤਾਂ ਇਹ ਸੀ ਕਿ ਉਹ ਖੁਦ ਇੱਕ ਬਹੁਤ ਹੀ ਚੰਗਾ ਆਦਮੀ ਸੀ ਤੇ ਨਾ ਸਿਰਫ ਇਹ ਕਿ
ਉਹ ਇੱਕ ਬਹੁਤ ਸਿੱਧਾ ਸਾਦਾ ਸੀ, ਸਗੋਂ ਇੱਕ ਬਹੁਤ ਹੀ ਚੰਗੇ ਘਰਾਣੇ ਦਾ ਇਕਲੌਤਾ ਲੜਕਾ ਸੀ। ਉਹ ਮੇਰੇ ਬਾਰੇ 'ਚ ਸਭ ਕੁਝ ਜਾਣਦਾ ਸੀ ਤੇ ਮੈਨੂੰ ਅਪਣਾਉਣਾ ਚਾਹੁੰਦਾ ਸੀ ਤੇ ਮੈਨੂੰ ਇਸ ਘਟੀਆ ਤੇ ਬੇਇੱਜ਼ਤੀ ਦੀ ਜ਼ਿੰਦਗੀ 'ਚੋਂ ਕੱਢਣਾ ਚਾਹੁੰਦਾ ਸੀ। ਮੈਂ ਉਸ ਦਾ ਬਹੁਤ ਸ਼ੁਕਰੀਆ ਅਦਾ ਕੀਤਾ ਤੇ ਜ਼ਿੰਦਗੀ ਭਰ ਉਸ ਨਾਲ ਵਫਾ ਕਰਨ ਦਾ ਵਾਅਦਾ ਵੀ ਕੀਤਾ। ਉਸਨੇ ਮੈਨੂੰ ਕਿਹਾ ਕਿ ਜੇਕਰ ਮੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਮੈਂ ਦੱਸ ਦੇਵਾਂ, ਕਿਉਂਕਿ ਉਹ ਮੈਨੂੰ ਦੁਬਾਰਾ ਕਦੇ ਵੀ ਆਪਣੇ ਘਰ ਵਾਲਿਆਂ ਨਾਲ ਮਿਲਣ ਨਹੀਂ ਲੈ ਕੇ ਆਵੇਗਾ ਤੇ ਹਮੇਸ਼ਾ ਹਮੇਸ਼ਾ ਲਈ ਮੈਨੂੰ ਇੱਥੋਂ ਆਪਣੇ ਨਾਲ ਲੈ ਕੇ ਚਲਾ ਜਾਵੇਗਾ। ਤੇ ਫਿਰ ਉਹ ਮੈਨੂੰ ਇੱਕ ਅਜਿਹੀ ਚੰਗੀ ਜਗ੍ਹਾ ਤੇ ਲੈ ਆਇਆ ਜਿਸ ਬਾਰੇ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਮੇਰੇ ਵਰਗੀ ਔਰਤ ਤਾਂ ਇਸ ਜਗ੍ਹਾ ਤੇ ਕਾਬਲ ਵੀ ਨਹੀਂ ਸੀ। ਮੇਰੇ ਨਾਲ ਉਸ ਸਮੇਂ ਇੱਕ ਛੋਟਾ ਭਰਾ ਸੀ ਜਿਸ ਦੀ ਉਮਰ ਸਿਰਫ 8 ਸਾਲ ਸੀ। ਮੇਰੇ ਪਤੀ ਨੇ ਮੇਰੀ ਗੱਲ ਦਾ ਮਾਣ ਰੱਖਿਆ ਸੀ ਤੇ ਉਹ ਮੇਰੇ ਭਰਾ ਨੂੰ ਮੇਰੇ ਨਾਲ ਹੀ ਇਸ ਘਰ 'ਚ ਲੈ ਕੇ ਆ ਗਿਆ ਸੀ। ਪਰ ਇੱਥੇ ਸਾਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾਂਦਾ ਸੀ। ਮੇਰੇ ਪਤੀ ਨੂੰ ਝੂਠ ਬੋਲਣ ਦੀ ਆਦਤ ਨਹੀਂ ਸੀ। ਉਸਨੇ ਆਪਣੇ ਘਰ ਵਾਲਿਆਂ ਨੂੰ ਸਾਰੀ ਸੱਚਾਈ ਦੱਸ ਦਿੱਤੀ। ਉਸਨੇ ਦੱਸ ਦਿੱਤਾ ਸੀ ਕਿ ਮੈਂ ਕਿਸ ਘਰ ਨਾਲ ਸੰਬੰਧ ਰੱਖਦੀ ਹਾਂ ਤੇ ਮੇਰਾ ਅਤੀਤ ਕੀ ਹੈ। ਪਰ ਉਹ ਸ਼ਾਇਦ ਇਹ ਨਹੀਂ ਜਾਣਦੇ ਸਨ ਕਿ ਇਸ ਸਭ ਦਾ ਸਾਡੇ ਤੇ ਸਾਡੀਆਂ ਜ਼ਿੰਦਗੀਆਂ ਤੇ ਕਿੰਨਾ ਅਸਰ ਪਵੇਗਾ। ਜਜ਼ਬਾਤਾਂ 'ਚ ਵਹਿ ਕੇ ਉਹਨਾਂ ਨੇ ਆਪਣੇ ਪਿਤਾ ਨੂੰ ਵੀ ਸਾਰੀ ਸੱਚਾਈ ਦੱਸ ਦਿੱਤੀ ਸੀ। ਉਹਨਾਂ ਦੇ ਪਿਤਾ ਨੇ ਤਾਂ ਉਹਨਾਂ ਨੂੰ ਮਾਫ ਨਹੀਂ ਕੀਤਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੇਰੇ ਪਿਤਾ ਨੇ ਮੇਰੇ ਨਾਲ ਵਿਆਹ ਕਰ ਲਿਆ ਹੈ ਤਾਂ ਉਹਨਾਂ ਨੇ ਵਿਆਹ ਦੀ ਲਾਜ ਰੱਖਦੇ ਹੋਏ ਮੈਨੂੰ ਇਸ ਘਰ 'ਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਪਰ ਮੇਰੇ ਭਰਾ ਤੇ ਪਹਿਰੇ ਲੱਗੇ ਹੋਏ ਸਨ। ਇੱਥੇ ਖੁਦ ਨੂੰ ਸਾਬਤ ਕਰਨ 'ਚ 15 ਸਾਲ ਲੱਗ ਗਏ, ਪਰ ਇਹਨਾਂ 15 ਸਾਲਾਂ 'ਚ ਮੈਂ ਫੂਕ ਫੂਕ ਕੇ ਕਦਮ ਰੱਖਿਆ ਤੇ ਕੋਈ ਵੀ ਗਲਤੀ ਨਹੀਂ ਕੀਤੀ। ਮੈਂ ਸਾਰੇ ਭਗਵਾਨਾਂ ਅੱਗੇ ਮੱਥਾ ਟੇਕਿਆ ਤੇ ਇਸ ਖਾਨਦਾਨ ਦੇ ਰਸਮ ਰਿਵਾਜਾਂ ਨੂੰ ਜਿਉਂਦਾ ਰੱਖਿਆ। ਇੱਥੋਂ ਤੱਕ ਕਿ ਇਸ ਸਮਾਜ 'ਚ ਮੇਰੀ ਜਗ੍ਹਾ ਉਹ ਬਣ ਗਈ ਕਿ ਮੇਰੇ ਨਾਲ ਦੀਆਂ ਔਰਤਾਂ ਮੇਰੀ ਇੱਜ਼ਤ ਕਰਨ ਲੱਗੀਆਂ, ਮੇਰੇ ਚਰਿੱਤਰ ਦੀ ਗਵਾਹੀ ਦੇਣ ਲੱਗੀਆਂ। ਪਰ ਮੇਰਾ ਸਹੁਰਾ ਮੇਰੇ ਨਾਲ ਅਜੇ ਨਫ਼ਰਤ ਕਰਦਾ ਸੀ। ਉਹ ਕਹਿੰਦਾ ਸੀ ਕਿ ਖੂਨ ਦਾ ਅਸਰ ਬਾਕੀ ਰਹਿੰਦਾ ਹੈ, ਖੂਨ ਦੀ ਤਾਸੀਰ ਕਦੇ ਵੀ ਖਤਮ ਨਹੀਂ ਹੁੰਦੀ ਤੇ ਇਹ ਹਮੇਸ਼ਾ ਇਨਸਾਨ ਨੂੰ ਉਸਦਾ ਅਸਲ ਰੂਪ ਦਿਖਾ ਦਿੰਦੀ ਹੈ। ਉਹਨਾਂ ਦਿਨਾਂ 'ਚ ਮੇਰਾ ਛੋਟਾ ਭਰਾ ਵੀ ਜਵਾਨ ਹੋ ਰਿਹਾ ਸੀ। ਉਸ ਨੂੰ ਵੀ ਮਾਮਲੇ ਦੀ ਨਜ਼ਾਕਤ ਦਾ ਅੰਦਾਜ਼ਾ ਸੀ। ਮੈਂ ਵੀ ਉਸ ਨੂੰ ਸਖਤੀ ਨਾਲ ਸਮਝਾ ਦਿੱਤਾ ਸੀ ਕਿ ਆਪਣੀ ਭੈਣ ਦੇ ਘਰ ਦਾ ਤੇ ਉਸ ਦੀ ਇੱਜ਼ਤ ਦਾ ਖਿਆਲ ਰੱਖੀ। ਕਦੇ ਵੀ ਇਸ ਘਰ 'ਚ ਕੋਈ ਅਜਿਹੀ ਹਰਕਤ ਨਾ ਕਰੀ ਜਿਸ ਕਰਕੇ ਮੈਨੂੰ ਵੀ ਇੱਥੋਂ ਦੂਰ ਬੱਤਰ ਹੋਣਾ ਪਵੇ। ਪਰ ਜੋ ਕਿਸਮਤ 'ਚ ਲਿਖਿਆ ਹੁੰਦਾ ਹੈ ਉਹ ਤਾਂ ਹੋ ਕੇ ਹੀ ਰਹਿੰਦਾ ਹੈ। ਮੇਰੇ ਭਰਾ ਤੋਂ ਪਤਾ ਨਹੀਂ ਕਿਵੇਂ ਇਹ ਹਰਕਤ ਹੋ ਗਈ ਕਿ ਇੱਕ ਦਿਨ ਉਸਨੇ ਨੌਕਰਾਨੀ ਨਾਲ ਗੱਲ ਕਰਨ ਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਬਸ ਫਿਰ ਕੀ ਸੀ, ਮੇਰੇ ਸਹੁਰੇ ਨੂੰ ਤਾਂ ਜਿਵੇਂ ਮੌਕਾ ਮਿਲ ਗਿਆ ਸੀ। ਉਹ ਕਹਿਣ ਲੱਗੇ ਕਿ ਮੈਂ ਕਹਿੰਦਾ ਸੀ ਨਾ ਕਿ ਇਨਸਾਨ ਦਾ ਖੂਨ ਕਦੇ ਨਹੀਂ ਬਦਲਦਾ, ਉਹ ਆਪਣਾ ਅਸਰ ਜ਼ਰੂਰ ਦਿਖਾ ਕੇ ਹੀ ਰਹਿੰਦਾ ਹੈ। ਤੇਰੇ ਭਰਾ ਨੇ ਅੱਜ ਸਾਬਤ ਕਰ ਦਿੱਤਾ ਹੈ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਰੋਈ ਤੇ ਮੈਂ ਆਪਣੇ ਭਰਾ ਨੂੰ ਬਹੁਤ ਜ਼ਿਆਦਾ ਕੋਸਿਆ ਤੇ ਕੁੱਟਿਆ। ਪਰ ਮੇਰੇ ਸਹੁਰੇ ਨੇ ਮੇਰੀ ਗੱਲ ਤੇ ਵਿਸ਼ਵਾਸ ਨਾ ਕੀਤਾ ਤੇ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਆਪਣੇ ਭਰਾ ਨੂੰ ਇਸ ਘਰ ਤੋਂ ਦੂਰ ਕਰ ਦੇਵਾਂ, ਨਹੀਂ ਤਾਂ ਕੁਝ ਸਾਲਾਂ ਬਾਅਦ ਮੇਰੇ ਸਖਤ ਫੈਸਲੇ ਲਈ ਤਿਆਰ ਰਹੀ। ਮੈਂ ਸੋਚਿਆ ਕਿ ਮੇਰਾ ਸਹੁਰਾ ਕੁਝ ਸਾਲਾਂ ਬਾਅਦ ਆਪਣਾ ਦਿਲ ਬਦਲ ਲਵੇਗਾ ਜਾਂ ਫਿਰ ਮੈਂ ਉਹਨਾਂ ਦੇ ਦਿਲ 'ਚ ਆਪਣੇ ਲਈ ਦੁਬਾਰਾ ਜਗ੍ਹਾ ਬਣਾ ਲਵਾਂਗੀ। ਪਰ ਇਹ ਮੇਰੀ ਗਲਤ ਫਹਿਮੀ ਸੀ। ਮੈਂ ਤਾਂ ਆਪਣੇ ਭਰਾ ਨੂੰ ਸੁਧਾਰ ਲਿਆ, ਉਸ ਲਈ ਇੱਕ ਲੜਕੀ ਲੱਭ ਕੇ ਉਸ ਦਾ ਵਿਆਹ ਵੀ ਕਰ ਦਿੱਤਾ। ਪਰ ਜਦੋਂ ਮੇਰੇ ਸਹੁਰੇ ਨੇ ਆਪਣਾ ਫੈਸਲਾ ਸੁਣਾਇਆ ਤਾਂ ਮੇਰੀ ਜਾਨ ਹੀ ਨਿਕਲ ਗਈ ਤੇ ਉਹਨਾਂ ਦੇ ਫੈਸਲੇ ਅਨੁਸਾਰ ਮੈਂ ਆਪਣੀ ਔਲਾਦ ਨੂੰ ਆਪਣੇ ਹੀ ਘਰ 'ਚ ਕੈਦ ਕਰਨਾ ਸੀ, ਕਿਉਂਕਿ ਉਹ ਮੇਰੀ ਨਸਲ 'ਚੋਂ ਹੁੰਦੀ ਤੇ ਉਸ ਨਾਲ ਕਿਸੇ ਨੂੰ ਵੀ ਜੋੜਨ ਨਹੀਂ ਦਿੱਤਾ ਜਾਣਾ ਸੀ। ਉਹ ਵੀ ਆਪਣਾ ਆਪ ਜ਼ਾਹਰ ਕਰਦੀ ਤੇ ਇਸ ਖਾਨਦਾਨ ਦੀ ਇੱਜ਼ਤ ਨੂੰ ਡੁਬੋ ਦਿੰਦੀ। ਹਾਲਾਂਕਿ ਮੇਰੇ ਬੇਟੇ ਦਾ ਪਿਤਾ ਤਾਂ ਉਹਨਾਂ ਦਾ ਬੇਟਾ ਹੀ ਸੀ, ਪਰ ਮੇਰੇ ਸਹੁਰੇ ਨੇ ਮੇਰੀ ਕੋਈ ਗੱਲ ਨਾ ਸੁਣੀ ਤੇ ਮੈਨੂੰ ਸਖਤੀ ਨਾਲ ਹੁਕਮ ਦਿੱਤਾ ਕਿ ਉਹ ਆਪਣੇ ਬੇਟਿਆਂ ਨੂੰ ਕਿਸੇ ਨਾਲ ਮਿਲਣ ਜੁਲਣ ਨਾ ਦੇਵੇ ਤੇ ਤੈਨੂੰ ਵੀ ਬਾਹਰ ਨਾ ਨਿਕਲਣ ਦੇਵੇ। ਤੂੰ ਤਾਂ ਫਿਰ ਵੀ ਕਿਸੇ ਨਾਲ ਕਿਸੇ ਦੇ ਸਾਹਮਣੇ ਆ ਹੀ ਜਾਂਦੀ ਸੀ, ਪਰ ਤੇਰੇ ਭਰਾ ਹਮੇਸ਼ਾ ਕੈਦ 'ਚ ਰਹੀ। ਤੂੰ ਮੈਨੂੰ ਸਵਾਲ ਕਰਦੀ ਰਹਿ ਗਈ ਕਿ ਮੈਂ ਤੇਰੇ ਭਰਾਵਾਂ ਨੂੰ ਘਰੋਂ ਕਿਉਂ ਨਹੀਂ ਨਿਕਲਣ ਦਿੱਤਾ, ਪਰ ਮੈਂ ਕੋਈ ਜਵਾਬ ਨਹੀਂ ਦੇ ਸਕੀ। ਆਪਣੇ ਸਹੁਰੇ ਨੂੰ ਮੈਂ ਇਸ ਲਈ ਮਨਵਾ ਲਿਆ ਸੀ ਕਿ ਜੇਕਰ ਮੈਂ ਆਪਣੇ ਬੇਟਿਆਂ ਦਾ ਵਿਆਹ ਕਰਕੇ ਉਹਨਾਂ ਨੂੰ ਇਸ ਪਿੰਡ 'ਚੋਂ ਬਾਹਰ ਭੇਜ ਦੇਵਾਂ ਤਾਂ ਉਹ ਮੈਨੂੰ ਮਾਫ ਕਰ ਦੇਣਗੇ। ਉਹਨਾਂ ਨੇ ਮੇਰੀ ਇਹ ਗੱਲ ਮੰਨ ਲਈ। ਇੱਥੇ ਦੀਆਂ ਔਰਤਾਂ ਮੇਰੇ ਚਰਿੱਤਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਸਨ।
ਉਹਨਾਂ ਨੂੰ ਮੇਰੇ ਬੇਟਿਆਂ ਬਾਰੇ ਵੀ ਪਤਾ ਸੀ ਕਿ ਉਹ ਕਿੰਨੇ ਸ਼ਰੀਫ ਹਨ, ਪਰ ਉਹ ਵੀ ਮੇਰੇ ਸਹੁਰੇ ਤੋਂ ਡਰਦੀਆਂ ਸਨ। ਪਰ ਮੈਂ ਇੱਕ ਇੱਕ ਕਰਕੇ ਆਪਣੇ ਬੇਟਿਆਂ ਦੇ ਵਿਆਹ ਕਰਨੇ ਸ਼ੁਰੂ ਕਰ ਦਿੱਤੇ। ਇਹ ਸਾਰਾ ਢੋਂਗ ਮੈਂ ਇਸ ਲਈ ਰਚਿਆ ਸੀ ਤਾਂ ਕਿ ਤੇਰੇ ਭਰਾਵਾਂ ਦੇ ਵਿਆਹ ਕਰ ਸਕਾਂ ਤੇ ਉਹ ਆਪਣੀ ਮਰਜ਼ੀ ਦੀ ਲੜਕੀ ਦੇਖ ਕੇ ਉਸ ਨਾਲ ਵਿਆਹ ਕਰਕੇ ਇਸ ਪਿੰਡ ਤੋਂ ਦੂਰ ਚਲੇ ਜਾਣ, ਤਾਂ ਕਿ ਮੇਰੀ ਜ਼ਿੰਦਗੀ ਤੇ ਤੇਰੀ ਜ਼ਿੰਦਗੀ ਵੀ ਸੌਖੀ ਹੋ ਜਾਵੇ। ਮੇਰੀ ਧੀਏ, ਮੈਂ ਤੈਨੂੰ ਉੱਥੇ ਇਸ ਲਈ ਨਹੀਂ ਜਾਣ ਦਿੰਦੀ ਸੀ ਕਿ ਉੱਥੇ ਤੇਰੇ ਹੀ ਸਕੇ ਭਰਾ ਸਨ। ਜੇਕਰ ਮੈਂ ਤੈਨੂੰ ਉੱਥੇ ਭੇਜ ਦਿੰਦੀ ਤਾਂ ਤੇਰੇ ਦਿਮਾਗ ਤੇ ਬੁਰਾ ਅਸਰ ਪੈਂਦਾ ਤੇ ਫਿਰ ਹੁਣ ਤਾਂ ਤੇਰਾ ਪਿਤਾ ਵੀ ਇਸ ਦੁਨੀਆ 'ਚ ਨਹੀਂ ਹੈ। ਮੈਂ ਇਕੱਲੀ ਕੀ ਕਰਦੀ ਤੇ ਕਿਵੇਂ ਸਾਰੇ ਮਸਲਿਆਂ ਨੂੰ ਹੱਲ ਕਰਦੀ। ਬਸ ਹੁਣ ਅੱਗੇ ਤੂੰ ਖੁਦ ਸਮਝਦਾਰ ਹੈ, ਤੂੰ ਇਸ ਗੱਲ ਨੂੰ ਭੁੱਲ ਜਾ। ਮਾਂ ਨੇ ਇਹ ਕਹਿ ਕੇ ਆਪਣੇ ਦਿਲ ਦਾ ਬੋਝ ਹਲਕਾ ਕਰ ਲਿਆ। ਪਰ ਮੇਰੇ ਦਿਲ 'ਚ ਦਾਦਾ ਜੀ ਲਈ ਅਜਿਹੀ ਨਫ਼ਰਤ ਪਲਣ ਲੱਗੀ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ। ਮੇਰਾ ਦਿਲ ਕੀਤਾ ਕਿ ਉਹਨਾਂ ਨੂੰ ਮਾਰ ਦੇਵਾਂ ਜਿਨ੍ਹਾਂ ਨੇ ਮੇਰੇ ਭਰਾਵਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਉਹਨਾਂ ਨੂੰ ਮੁਲਜ਼ਮਾਂ ਵਾਂਗ ਕੈਦੀ ਬਣਾ ਕੇ ਰੱਖਿਆ। ਪਰ ਮੈਂ ਆਪਣੀ ਮਾਂ ਦੇ ਕਹਿਣ ਤੇ ਮਜਬੂਰ ਸੀ। ਮੈਂ ਅਜਿਹਾ ਕੁਝ ਨਹੀਂ ਕਰ ਸਕਦੀ ਸੀ। ਮਾਂ ਦਾ ਕੋਈ ਬਦਲਾ ਨਹੀਂ ਉਤਾਰ ਸਕਦਾ ਸੀ। ਫਿਰ ਉਹ ਸਮਾਂ ਵੀ ਆ ਗਿਆ ਜਦੋਂ ਅਸੀਂ ਇਸ ਪਿੰਡ 'ਚੋਂ ਜਾਣਾ ਸੀ। ਮੇਰੇ ਪੱਥਰ ਦਿਲ ਦਾਦਾ ਨੂੰ ਉਸ ਸਮੇਂ ਵੀ ਸਾਡੇ ਤੇ ਕੋਈ ਰਹਿਮ ਨਾ ਆਇਆ। ਉਹਨਾਂ ਨੇ ਅੱਗੇ ਵੱਧ ਕੇ ਆਪਣੇ ਪੋਤਾ ਪੋਤੀ ਦੇ ਸਿਰ ਤੇ ਹੱਥ ਵੀ ਨਾ ਰੱਖਿਆ, ਸਾਨੂੰ ਆਸ਼ੀਰਵਾਦ ਵੀ ਨਾ ਦਿੱਤਾ। ਮੈਨੂੰ ਅੱਜ ਵੀ ਆਪਣੇ ਦਾਦਾ ਦੀਆਂ ਉਹ ਖੂਨ ਭਰੀਆਂ ਅੱਖਾਂ ਯਾਦ ਆਉਂਦੀਆਂ ਹਨ ਤਾਂ ਮੇਰੇ ਦਿਲ 'ਚ ਨਫ਼ਰਤ ਹੋਰ ਜ਼ਿਆਦਾ ਵੱਧ ਜਾਂਦੀ ਹੈ। ਜਿਨ੍ਹਾਂ ਨੇ ਆਪਣੇ ਬੇਟੇ ਕਰਕੇ ਆਪਣੀ ਬਹੂ ਨੂੰ ਬਰਦਾਸ਼ਤ ਤਾਂ ਕਰ ਲਿਆ, ਪਰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਹੰਕਾਰ ਕਰਕੇ ਆਪਣਾ ਨਾਂ ਨਹੀਂ ਦਿੱਤਾ। ਭਗਵਾਨ ਅਜਿਹੇ ਲੋਕਾਂ ਤੋਂ ਸਾਰਿਆਂ ਨੂੰ ਬਚਾ ਕੇ ਰੱਖੇ ਜਿਸ ਦੇ ਦਿਲ 'ਚ ਆਪਣੇ ਹੀ ਪੋਤੇ ਪੋਤੀ ਲਈ ਰਹਿਮ ਨਾ ਹੋਵੇ। ਸੋ ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।